ਕੀ ਕਰਨ ਵਾਸਤੇ ਭੇਜੇ ਤੇ ਅਸੀਂ ਕੀ ਕਰ ਸਕਦੇ ਹਾਂ ਕੀ ਨਹੀਂ ਕਰ ਸਕਦੇ। ਦੇਰ ਆਰ ਸਰਟਨ predestined, certain are free wills। ਜਿਹੜਾ ਸਾਡਾ DNA ਹੈ, it has a complete blueprint of the body ਕਿਸ ਤਰ੍ਹਾਂ ਬਣਨੀ। The medical science has proved the DNA is a complete print of the body, physical body structure। ਪਰ ਉਸ ਦੇ ਵਿੱਚ ਇੱਕ ਸ਼ਕਤੀ ਹੈ, ਉਹਦੀ ਸ਼ਕਤੀ ਉਹ ਪਰਮਾਤਮਾ ਹੈ। ਸਭ ਕੁਝ ਹੀ ਪਰਮਾਤਮਾ ਹੈ, ਪਰ ਪਰਮਾਤਮਾ ਦੇ ਵੀ ਜਿਸ ਤਰ੍ਹਾਂ ਉਹਨਾਂ ਨੇ ਇੱਕ ਆਪੀ ਨੇ ਆਪ ਸਾਜਿਆ ਤੇ ਆਪੀ ਨੇ ਰਚਿਓ ਨਾ, ਇਹ ਦੋ ਸ਼ਕਤੀਆਂ ਨੇ ਪਰਮਾਤਮਾ ਦੇ ਵਿੱਚੋਂ ਹੀ ਨਿਕਲੀਆਂ। ਇੱਕ ਦੇ ਵਿੱਚੋਂ ਦੋ ਪ੍ਰਗਟ ਹੋਏ ਤੇ ਅੱਜ ਇਹ ਦੋ ਦੇ ਵਿੱਚੋਂ ਹੀ ਇੱਕ ਨੇ ਜਾਣਾ। ਜਦੋਂ ਤੁਸੀਂ ਆਪਣੀ ਡੁਐਲਿਟੀ ਨੂੰ, ਮੈਂ ਨੂੰ ਤੇ ਪਰਮਾਤਮਾ ਨੂੰ ਇਕੱਠਾ ਕਰ ਲਓਗੇ, ਫਿਰ ਇੱਕ ਪੈਦਾ ਹੋਏਗਾ ਤੇ ਤਾਂ ਹੀ ਤੁਸੀਂ ਉਹਦੇ ਜਾ ਕੇ ਸਮਾ ਸਕੋਗੇ। ਪਾਣੀ ਅਗਰ ਸਮੁੰਦਰ ਵਿੱਚੋਂ ਨਿਕਲ ਕੇ ਬਾਰਿਸ਼ ਬਣ ਕੇ ਬੱਦਲ ਬਣ ਕੇ ਕਿਸੇ ਦਰਖਤ ਦੀ ਜੜ੍ਹ ਚਲਾ ਗਿਆ, ਉਹਨੇ ਅੰਬ ਦੇ ਦਰਖਤ, ਅੰਬਾਂ ਦਾ ਦਰਖਤ ਹੈਗਾ ਤੇ ਅੰਬ ਦੇ ਵਿੱਚ ਚਲਾ ਗਿਆ, ਰਸ ਬਣ ਗਿਆ, ਤੇ ਉਹ ਕਦੋਂ ਪਾਣੀ ਵਾਪਸ ਬਣੇਗਾ, ਕਦੋਂ ਉਬਲੇਗਾ, ਕਦੋਂ ਆਕਾਸ਼ 'ਤੇ ਜਾਏਗਾ, ਕਦੋਂ ਨਦੀ ਨਾਲੀਆਂ ਜਾ ਕੇ ਕਦੋਂ ਪਰਮਾਤਮਾ 'ਚ ਮੇਲ ਹੋਏਗਾ, ਇਹ ਉਹਦੀ ਖੇਡ। ਪਰ ਸਾਨੂੰ ਸਮਝ ਆਉਣੀ ਚਾਹੀਦੀ ਹੈ ਕਿ ਪਰਮਾਤਮਾ ਦੀ ਖੇਡ ਵਿਚਰ ਕਿਸ ਤਰ੍ਹਾਂ। Yes, question is still half left. So what you are saying is that when a man dies, the body goes back into fire, water and into the five elements, and the body च देखो पांच तत्व है, आकाश है, पानी है, धरती है, अग्नि है, पंजवीं स्पेस के अंदर। ये जिस तरह तुसी एक अंगूर लिया, ਤੁਸੀਂ ਦੇਖੋ ਕਿ ਅੰਗੂਰ ਨੂੰ ਤੁਸੀਂ ਖਾ ਲਿਆ, ਹੁਣ ਅੰਗੂਰ ਕਿੱਥੇ ਗਿਆ? ਤੁਸੀਂ ਸਵੇਰੇ ਜਿਸ ਵੇਲੇ ਬਾਥਰੂਮ ਜਾਂਦੇ ਹੋ ਅੰਗੂਰ ਤਾਂ ਨਹੀਂ ਨਿਕਲਦਾ, ਉਹਨੇ ਕੋਈ ਹੋਰ ਸ਼ਕਲ ਧਾਰ ਲਈ, ਤੇ ਅੰਗੂਰ ਦਾ ਸਾਰਾ ਹਿੱਸਾ ਵੀ ਬਾਹਰ ਨਹੀਂ ਜਾਂਦਾ, ਤੁਹਾਡੇ ਜਿਸਮ ਅੰਦਰ ਰਹਿ ਜਾਂਦਾ। ਇਸ ਤਰ੍ਹਾਂ ਹੀ ਇਹ ਜਿਸਮ ਦੇ ਅੰਦਰ ਜਿਹੜੀਆਂ ਤੁਹਾਡੀਆਂ ਤੱਤ ਹੈਗੇ ਨੇ, ਜਿਹੜੇ ਕਿਉਂਕਿ ਸੰਸਾਰ ਦੇ ਨਾਲ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸ਼ਾ, ਮਸ਼ਾ, ਤ੍ਰਿਸ਼ਨਾ ਜਿਹੜੀਆਂ ਵੀ ਹੈਗੀਆਂ ਨੇ, ਇਹ ਸੰਸਾਰ ਦੀ ਖੇਡ। ਇਹ ਜ਼ਮੀਨ 'ਚ ਅਸੀਂ ਪੈਦਾ ਹੋਈਆਂ ਤੇ ਇਹ ਸਰੀਰ ਸਾਡਾ ਜ਼ਮੀਨ ਨਾਲ ਹੀ ਖਿੱਚਿਆ ਜਾਂਦਾ। ਇਸੇ ਕਰਕੇ ਉਹ ਕੁੰਡਲੀ ਯੋਗਾ ਬਣਾਇਆ ਕਿ ਵੀ ਤੁਹਾਡੇ 7 ਜਿਹੜੇ ਨੇ એનર્ਜੀ ਪੁਆਇੰਟ ਹੈਗੇ ਨੇ, ਤੁਸੀਂ ਬਾਟਮ ਤੋਂ ਲੈ ਕੇ ਉੱਤੇ ਤੱਕ ਉਹਨੂੰ ਤੁਸੀਂ ਸਪਾਈਨ ਨੂੰ ਸਿੱਧਾ ਖੜਾ ਕਰੋ ਤੇ ਤੁਹਾਡੀ ਜ਼ਮੀਨ ਦੇ ਨਾਲ ਜਦੋਂ ਤੁਸੀਂ ਟੱਚ ਕਰਦੇ ਸਪਾਈਨ ਦਾ ਬਾਟਮ ਜਿਹੜਾ ਇਹ ਇਟ ਟੇਕਸ એનર્ਜੀ ਫਰੋਮ ਦੀ ਗਰਾਊਂਡ। ਸੋ ਬੇਸਿਕਲੀ ਜੋ ਵਾਟ ਇਜ਼ ਅ ਗ੍ਰੈਵਿਟੇਸ਼ਨ, એનર્ਜੀ ਜਿਹੜੀ ਹੈ ਗ੍ਰੈਵਿਟੇਸ਼ਨ, ਜਿੰਨੀ એનર્ਜੀ ਨੇ ਦੇ ਆਰ ਇਨਵਿਜ਼ੀਬਲ, ਨਜ਼ਰ ਨਹੀਂ ਆਉਂਦਾ। ਜਿਸ ਤਰ੍ਹਾਂ ਹਾਈ ਟੈਂਸ਼ਨ ਵਾਇਰ ਜਾ ਰਹੀ ਹੈ, ਉਹ ਤੁਹਾਨੂੰ ਤਾਰ ਹੀ ਨਜ਼ਰ ਆਏਗੀ, ਤੁਸੀਂ ਹੱਥ ਲਾਓਗੇ ਪਤਾ ਲੱਗੇਗਾ ਕਿ ਵਾਹ ਇਟ ਹੈਜ਼ ਗਾਟ ਅ ਵੋਲਟੇਜ। ਸੋ ਇਸ ਤਰ੍ਹਾਂ ਹੀ ਜਿਹੜੀਆਂ ਸਾਰੀਆਂ એનર્ਜੀ ਜਿਸਮ ਦੇ ਅੰਦਰ ਵੀ, ਮਨ ਦੇ ਇਲਾਵਾ, ਪੰਜਾਂ ਤੱਤਾਂ ਦੇ ਇਲਾਵਾ ਇਹਦੇ એનર્ਜੀ ਲੈਵਲ ਵੀ ਹੈ। એનર્ਜੀ ਜਾ ਕੇ એનર્ਜੀ ਮਿਲ ਜਾਂਦੀ ਜਿਹੜੀ ਨਜ਼ਰ ਨਹੀਂ ਆਉਂਦੀ। ਤੇ ਜਿਹੜੀ ਚੀਜ਼ ਜਾ ਕੇ ਪਰਮਾਤਮਾ ਨੇ ਜਿਹੜੀ ਖੇਡ ਬਣਾਈ ਹੈ, ਉਹ ਇਹ ਤਾਂ ਉਹਨਾਂ ਚੀਜ਼ਾਂ ਤੱਤ ਮਿਲ ਗਏ, ਪਰ ਜਿਹੜਾ ਮਨ ਦੀ ਅਵਸਥਾ ਹੈ ਉਹ ਅਕਾਲ ਪੁਰਖ ਦੀ ਆਪਣੀ ਅਵਸਥਾ ਹੈ। ਉਹ ਪਾਣੀ ਦੇ ਨਾਲ, ਪਾਣੀ 'ਚ ਤਦ ਹੀ ਸਮਾ ਸਕੇਗਾ, ਉਹ ਪਾਣੀ ਦਾ ਰੂਪ ਬਣੇਗਾ। ਉਹ ਚਿੱਕੜ ਬਣ ਗਈ ਹੈ, ਪਾਣੀ ਉਹਦੇ 'ਚ ਵੀ ਹੈ, ਚਿੱਕੜ 'ਚ ਵੀ ਹੈ, ਪਰ ਜਿਹੜਾ ਚਿੱਕੜ ਦਾ ਰੂਪ ਹੈ ਉਹ ਤੁਸੀਂ ਚਿੱਕੜ ਕਹਿੰਦੇ, ਹੁਣ ਪਾਣੀ ਨਹੀਂ ਕਹਿੰਦੇ, ਹੁਣ ਪੀ ਨਹੀਂ ਸਕਦੇ। ਪਾਣੀ ਅਗਰ ਬਰਫ਼ ਬਣ ਗਈ ਹੈ, ਉਹ ਬਰਫ਼ ਦਾ ਰੂਪ ਹੈ। ਪਾਣੀ ਜਦੋਂ ਤਰਲ ਹੋ ਗਿਆ ਉਹ ਫਿਰ ਸਮੁੰਦਰ ਔਰ ਰੋਣਾ ਸ਼ੁਰੂ ਕਰੇਗਾ, ਜਦ ਤੱਕ ਉਹ ਬਰਫ਼ ਹੈ ਉਹ ਪਹਾੜਾਂ 'ਤੇ ਬੈਠਾ ਰਹੇ। ਸੋ ਜਿਹੜਾ ਮਨ ਜੋ ਸਰੂਪ ਹੈ, ਇਹਨੇ ਹੀ ਪਰਮਾਤਮਾ ਜਾ ਕੇ ਸਮਾਣਾ ਹੈ। ਤੇ ਇਹ ਜਿਸ ਵੇਲੇ ਮਨ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੁਆ ਸਾ, ਇਸ ਨੂੰ ਅਸੀਂ ਹਾਉ ਦੀ ਮੈਲ ਦੇ ਵਿੱਚ ਹਰ ਜਨਮ ਵਿੱਚ ਇਹਨੂੰ ਭਰਨੇ, ਪਰ ਕੇ ਹਉਮੈ ਦੀ ਮੈਲ ਮੈਂ ਕੀਤਾ। ਮੈਂ ਕੋਈ ਕਿਸੇ ਨੂੰ ਪੁੱਛੇ ਤੂੰ ਕੌਣ ਹੈ, ਉਹ ਕਹਿੰਦਾ ਜੀ ਮੈਂ ਤਾਂ ਆਰਕੀਟੈਕਟ। ਉਹ ਕਹਿੰਦਾ ਮੈਂ ਇਹ ਨਹੀਂ ਪੁੱਛਿਆ ਤੇਰਾ ਪ੍ਰੋਫੈਸ਼ਨ ਕੀ ਹੈ, ਤੂੰ ਕੌਣ ਹੈ? ਮੈਂ ਜੀ ਮਿਲਨੀਅਰ ਹੈ। ਮੈਂ ਨਹੀਂ ਪੁੱਛਿਆ ਤੇਰੇ ਬੈਂਕ 'ਚ ਪੈਸੇ, ਤੂੰ ਕੌਣ ਹੈ? ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਕੌਣ ਹਾਂ। ਅਸੀਂ ਸਾਰੇ ਸੰਸਾਰ ਦੇ ਲੇਬਲ ਲਾਏ, ਮੈਂ 6 ਫੁੱਟ ਦਾ, ਮੈਂ 5 ਫੁੱਟ ਦਾ, ਮੇਰਾ ਇਹ ਨਾਂ ਹੈ, ਮੇਰਾ ਇਹ ਘਰ ਹੈ। ਜਿੰਨੇ ਸੰਸਾਰ ਦੇ ਲੇਬਲ ਅਸੀਂ ਸਾਰੇ ਮਨ ਵਿੱਚ ਇਕੱਠੇ ਕੀਤੇ ਨੇ, ਇਸ ਕਰਕੇ ਅਸੀਂ ਆਪਣੇ ਆਪ ਨੂੰ ਪਛਾਣ ਨਹੀਂ ਸਕਦੇ। ਤੇ ਜਦ ਤੱਕ ਆਪਣੀ ਪਛਾਣ ਨਹੀਂ ਹੈ, ਦਿਸ ਇਜ਼ ਕਾਲਡ ਹਉਮੈ ਤੀਰਗ ਰੋਗ ਹੈ। ਏਡਾ ਵੱਡਾ ਰੋਗ ਹੈ ਕਿ ਉਹ ਤੁਹਾਨੂੰ ਆਪਣੇ ਆਪ ਨੂੰ ਪਛਾਣ ਨਹੀਂ ਦਿੰਦਾ। ਦਾਰੂ ਵੀ ਇਸ ਦਾਰੂ ਕਿਸ ਤਰ੍ਹਾਂ ਜਲੇ ਆਪਣੀ ਤੁਸੀਂ ਪਛਾਣ ਕਰੋਗੇ, ਮੈਂ ਦੀ ਪਛਾਣ ਕਰੋਗੇ, ਫਿਰ ਪਤਾ ਲੱਗੇਗਾ ਤੂੰ ਵੀ ਕੋਈ ਹੈਗਾ। ਤੂੰ ਕਰਤਾ ਤੂੰ ਪਿਆ, ਮੁਝ ਮੇਂ ਰਾਹ ਨਾ ਹੂੰ,
जब आपा करता मिट गया जहाँ देखा तैं तू, ये परमात्मा की अवस्था पैदा हो जाए। Okay. 2 minutes left. So we're finishing up with that, but we can open the floor to question and answers now. We've got 20 minutes to discuss question and answers. I have an observation. Anyhow, if at all any question comes to you, it's like a guru is there. Guru mere sang sada hai naale, simar simar te sada saman. ਗੁਰੂ ਉਹ ਇੱਕ ਗਿਆਨ ਅਵਸਥਾ ਹੈ ਜਿਹੜੀ ਤੁਹਾਡੇ ਅੰਦਰ ਹਮੇਸ਼ਾ ਪ੍ਰਗਟ ਹੈ, ਹਰ ਵਕਤ ਪ੍ਰਗਟ ਹੈ। ਲੋੜ ਮਨ ਨੂੰ ਨਿਰਮਲ ਕਰਨ ਦੀ, ਮਨ ਨੂੰ ਸਵੱਛ ਕਰਨ ਦੀ, ਉਹ ਗੁਰੂ ਦੇ ਗਿਆਨ ਦੇ ਨਾਲ ਧੋਣਾ। ਧੋਵੋਗੇ ਤੁਹਾਡਾ ਮਨ ਹੀ ਸ਼ੀਸ਼ਾ ਬਣ ਜਾਏਗਾ। ਤੁਹਾਡਾ ਮਨ ਹੀ ਜੋ ਵੀ ਸਵਾਲ ਤੁਹਾਡੇ ਮਨ 'ਚ ਉੱਠਣਗੇ, ਗੁਰੂ ਹੀ ਤੁਹਾਡੇ ਮਨ ਦੇ ਅੰਦਰ, ਪਰਮਾਤਮਾ ਹੀ ਤੁਹਾਡੇ ਮਨ ਦੇ ਅੰਦਰ। ਗੁਰੂ ਸਾਹਿਬ ਨੂੰ ਗਿਆਨ ਕਿੱਥੋਂ ਪ੍ਰਗਟ, ਉਹ ਕਿਹੜੇ ਕਾਲਜਿਸ ਗਏ ਸੀ? लोड़ से सिर्फ मन निर्मल करना। सारा कुछ जैसे भी आए खसम की बाणी, खसम ना जुड़ गए, खसम ना मिल गए। हुक्म मनिए होए परवान ता खसमे का महल पाइस। ਉਹਦੇ ਹੁਕਮ ਦੇ ਵਿੱਚ ਸਮਝ ਲਿਆ ਦਾ ਹੁਕਮ ਕੀ ਹੈ। ਹੁਕਮ ਦੀ ਗੱਲ ਕੀਤੀ ਸੈਸ਼ਨ ਦੇ ਵਿੱਚ ਕਿ ਅਸੀਂ ਹੁਕਮ ਦੇ ਵਿੱਚ ਉਹਦੇ ਵਿੱਚ ਵਿਚਰੇ, ਹੁਕਮ ਸਾਡੇ ਅੰਦਰ ਵਿਚਰਿਆ, ਅਸੀਂ ਹੁਕਮ ਦੇ ਵਿੱਚ ਵਿਚਰੇ। ਇਹ ਸਾਰੇ ਹੁਕਮ ਦੀ ਹੀ ਖੇਡ ਹੈ। अगर हुक्म न समझ लिया, असी सारी खेड अपनी मेरी हुक्म की करती। मेरा हुक्म है, मेरा घर है, मेरी जगह है, मेरा हो। इसे गुरु के हुक्म की जिस चलांगे तो खसमे का महल, परमात्मा का महल मिल जाएगा। तो जो परमात्मा इज़ नथिंग बट ए फाउंटेन ऑफ नॉलेज। जिन्ना ज्ञान प्राप्त होया ध्यान दे च होया। तुसीं अजकल साइंटिस्ट भी लो, जिन्ना all the discoveries on this earth has happened in the concentration of the mind। जिथे ਤੁਹਾਡਾ ਮਨ ਜੁੜ ਗਿਆ, ਉਸ ਮਨ ਨੇ ਉੱਥੋਂ ਗਿਆਨ ਪ੍ਰਗਟ ਕਰ ਦਿੱਤਾ। ਆਦਮੀ ਨੇ ਇਹ ਸੋਚਿਆ ਕਿ ਪਰਿੰਦੇ ਕਿਸ ਤਰ੍ਹਾਂ ਉੱਡਦੇ ਨੇ, ਇਹ ਪੰਖ ਕਿਸ ਤਰ੍ਹਾਂ ਹੈਗੇ ਨੇ। ਉਸ ਪੰਖ ਨੂੰ ਲੈ ਕੇ, ਪਰਿੰਦਿਆਂ ਨੂੰ ਲੈ ਕੇ ਆਦਮੀ ਨੇ ਹਵਾਈ ਜਹਾਜ਼ ਬਣਾ ਦਿੱਤਾ। ਉਹ ਗਿਆਨ ਪ੍ਰਗਟ, ਉਹਦਾ ਧਿਆਨ ਜੁੜ ਗਿਆ। ਜਿੱਥੇ ਤੁਹਾਡਾ ਧਿਆਨ ਜੁੜ ਗਿਆ ਹੋਏਗਾ, ਇਹ ਮਨ ਕਰਤਾ ਹੈ। परमात्मा इन्नी वड्डी खेड बना सकता है, तो उन्हें अपने आप ने तुहाडे अंदर बनाया, तो तुसी अपने विचों खेडा क्यों करनी। सो ये करता है, इस अ फुल ऑफ नॉलेज, पर लोड़ हैगी है उहदी शरण दे विच आउण दी, उन्हें समझण दी कि मैं की हाँ। ये मैं उंगलां वां, मैं अखां वां, मैं कान वां, मैं की हाँ। फिर आप पता लगे कि मैं तो अंदर कुछ है ही नहीं, जो हैगा वो ये करता ही है। तो ये करते ने फिर तुहानू ये अवस्था दे देनी है कि उन्हें कहना कि हुक्म मनी होए परवान ता खसमे का मैं, ये महल अंदर ही, वो आप अंदर ही बैठा है, दूर कोई नहीं है। I have one question. If nobody else has, can I ask? Yes, sure. See, my question is, this is the month where we are celebrating many wars in Sikh religion, and 4 Sahibjadas have passed away. So my question is now related to the following. I think somebody is summarizing. I think he will summarize. But my question is now related as follows. So according to you, there is no Dharmaraj, there is no Jamdut, there is no Chitragupt, the way we have all understood it, sitting outside. I have not spoken on that. Okay, you have not. A few minutes. Okay.